ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਦੀ ਇਸ ਖਾਸ ਮੁਲਾਕਾਤ ਦੇ ਵਿੱਚ ਅਸੀਂ ਕੁਝ ਖਾਸ ਅਹਿਮ ਮੁੱਦੇ ਦੇ ਬਾਰੇ ਗੱਲ ਕਰਾਂਗੇ। ਜੇ ਅਸੀਂ ਆਪਣੀ ਲਾਈਫ ਦੇ ਬਾਰੇ ਦੇਖੀਏ, ਜਿਸ ਤਰੀਕੇ ਦੀ ਫੈਸਿਲਿਟੀਜ਼ ਜਾਂ ਜਿਸ ਤਰੀਕੇ ਦਾ ਸਾਨੂੰ ਇੱਕ ਸਪੋਰਟ ਸਿਸਟਮ ਸਾਡੇ ਲਈ ਹੈ, ਸ਼ਹਿਰਾਂ ਦੇ ਵਿੱਚ ਅਸੀਂ ਰਹਿੰਦੇ ਹਾਂ, ਔਰ ਅਗਰ ਅਸੀਂ ਗੱਲ ਕਰਦੇ ਹਾਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਪਰਿਵਾਰਾਂ ਦੇ, ਤੇ ਅੱਜ ਪੰਜਾਬ ਦੇ ਵਿੱਚ ਕਈ ਇਹੋ ਜਿਹੇ ਪਰਿਵਾਰ ਨੇ ਜੋ ਕਿ ਗਰੀਬੀ ਰੇਖਾ ਦੇ ਹੇਠ ਰਹਿ ਰਹੇ ਹਨ। ਇੰਨੀ ਪ੍ਰੋਬਲਮਸ ਨੇ, ਇੰਨੀ ਉਹਨਾਂ ਦੀ ਲਾਈਫ ਦੇ ਅੰਦਰ ਦਿੱਕਤਾਂ ਨੇ, ਮੁਸੀਬਤਾਂ ਨੇ, ਜਿਸ ਦਾ ਹੱਲ ਲੱਭਦੇ ਉਹ ਹੋਰ ਜ਼ਿਆਦਾ ਪਰੇਸ਼ਾਨ ਹੋ ਰਹੇ ਹਨ। ਸੰਗਤ ਜੀ, ਸਾਨੂੰ ਆਪਣੇ ਭੈਣ ਭਰਾਵਾਂ ਦੇ ਬਾਰੇ ਵਿਚਾਰ ਕਰਨਾ ਚਾਹੀਦਾ, ਸਿਰਫ ਆਪਣੇ ਬਾਰੇ ਜਾਂ ਜੋ ਸਾਡੀ ਇਮੀਡੀਏਟ ਫੈਮਿਲੀ ਹੈ ਸਾਨੂੰ ਉਸ ਦੇ ਬਾਰੇ ਨਹੀਂ, ਪਰ ਜੇ ਸਾਡੇ ਸਿੱਖ ਭੈਣ ਭਰਾ ਉਹ ਕਿਸੇ ਪਰੇਸ਼ਾਨੀ ਦੇ ਵਿੱਚ ਨੇ ਤੇ ਸਾਨੂੰ ਉਹਨਾਂ ਦੇ ਬਾਰੇ ਵੀ ਸੋਚਣਾ ਚਾਹੀਦਾ। ਜੇ ਅਸੀਂ ਆਪਣੇ ਪੁਰਾਤਨ ਸਮੇਂ ਵੱਲ ਝਾਤ ਮਾਰੀਏ ਤੇ ਸਾਡੇ ਗੁਰੂ ਪਿਤਾ ਨੇ ਕਦੀ ਵੀ ਇਹ ਨਹੀਂ ਕੀਤਾ, ਜਾਂ ਉਸ ਵੇਲੇ ਰਹਿਣ ਵਾਲੇ ਜਿਹੜੇ ਪੁਰਾਤਨ ਸਿੰਘ ਔਰ ਸਿੰਘਣੀਆਂ ਹੋਈਆਂ ਨੇ, ਸਿਰਫ ਉਹਨਾਂ ਨੇ ਇਹ ਨਹੀਂ ਕੀਤਾ ਕਿ ਉਹ ਆਪਣੇ ਪਰਿਵਾਰਾਂ ਤੱਕ ਹੀ ਸੀਮਿਤ ਰੱਖਿਆ ਆਪਣੇ ਰਿਲੇਸ਼ਨਸ਼ਿਪ ਨੂੰ, ਬਟ ਉਹਨਾਂ ਦਾ ਜੋ ਇਹ ਰਿਲੇਸ਼ਨਸ਼ਿਪ ਸੀ ਉਹ ਪੂਰੀ ਆਪਣੀ ਪੰਥ ਦੇ ਨਾਲ ਸੀ। ਉਹ ਪਿਆਰ ਜਿਹੜਾ ਹੈ ਉਹ ਪੂਰੀ ਸਿੱਖ ਪੰਥ ਦੇ ਨਾਲ ਸੀਗਾ। ਉਸ ਪਿਆਰ ਨੂੰ ਧਿਆਨ 'ਚ ਰੱਖਦੇ ਹੋਇਆਂ ਸਾਨੂੰ ਅੱਜ ਕੁਝ ਇਹੋ ਜਿਹੇ ਪਰਿਵਾਰਾਂ ਦੇ ਵਿੱਚ ਝਾਤ ਮਾਰਨੀ ਚਾਹੀਦੀ ਹੈ, ਕੁਝ ਇਹੋ ਜਿਹੇ ਪਰਿਵਾਰਾਂ ਦੇ ਬਾਰੇ ਸੋਚਣਾ ਚਾਹੀਦਾ ਹੈ ਜੋ ਕਿ ਗਰੀਬੀ ਰੇਖਾ ਦੇ ਹੇਠ ਰਹਿ ਰਹੇ ਹਨ, ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਇੱਦਾਂ ਦੀਆਂ ਮੁਸੀਬਤਾਂ ਨੇ, ਇੱਦਾਂ ਦੀਆਂ ਪ੍ਰੋਬਲਮਸ ਨੇ ਜਿਸ ਦਾ ਸੋਲੂਸ਼ਨ ਉਹ ਲੱਭ ਰਹੇ ਨੇ, ਪਰ ਉਹਨਾਂ ਨੂੰ ਉਸ ਦਾ ਕੋਈ ਸੋਲੂਸ਼ਨ, ਕੋਈ ਹੱਲ ਲੱਭ ਨਹੀਂ ਰਿਹਾ। ਮੈਂ ਗੱਲ ਕਰਨਾ ਚਾਹੁੰਦਾ ਹਾਂ ਕੁਝ ਇਹੋ ਜਿਹੇ ਪਰਿਵਾਰ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਲੱਗਿਆ, ਕਲਗੀਧਰ ਟਰੱਸਟ ਬੜੂ ਸਾਹਿਬ ਨੂੰ ਪਤਾ ਲੱਗਿਆ ਕਿ ਉਹਨਾਂ ਪਰਿਵਾਰਾਂ ਦੇ ਵਿੱਚ ਕੁਝ ਇਹੋ ਜਿਹੀਆਂ ਪ੍ਰੋਬਲਮਸ ਨੇ, ਮੁਸੀਬਤਾਂ ਨੇ, ਕੋਈ ਚੈਲੰਜਿਸ ਉਹਨਾਂ ਦੇ ਲਾਈਫ ਦੇ ਵਿੱਚ ਇੱਦਾਂ ਨੇ, ਭਾਵੇਂ ਉਹ ਮੈਡੀਕਲ ਪ੍ਰੋਬਲਮ ਹੈ, ਭਾਵੇਂ ਫੈਮਿਲੀ ਦੇ ਵਿੱਚ ਅਰਨਿੰਗ ਮੈਂਬਰ ਦੀ ਡੈਥ ਹੋ ਗਈ, ਉਹ ਪ੍ਰੋਬਲਮ ਹੈ, ਇੱਦਾਂ ਦੀ ਕਈ ਸਾਰੀ ਪ੍ਰੋਬਲਮਸ ਨੇ ਜਿਸ ਦੇ ਕਰਕੇ ਉਹਨਾਂ ਦੇ ਬੱਚੇ ਪੜ੍ਹਾਈ ਨਹੀਂ ਲੈ ਪਾ ਰਹੇ, ਉਹਨਾਂ ਦੇ ਬੱਚਿਆਂ ਨੂੰ ਸਕੂਲ ਦੇ ਵਿੱਚ ਦਾਖਲਾ ਨਹੀਂ ਮਿਲ ਰਿਹਾ। ਕਿਉਂ? ਕਿਉਂਕਿ ਉਹਨਾਂ ਦੇ ਕੋਲ ਫੀਸ ਨਹੀਂ ਹੈ। ਮੈਂ ਆਪ ਚਾਹੁੰਦਾ ਕਿ ਤੁਸੀਂ ਇਹੋ ਜਿਹੇ ਪਰਿਵਾਰਾਂ ਨਾਲ ਮਿਲੋ, ਮੇਰੇ ਕੋਲੋਂ ਨਹੀਂ, ਪਰ ਉਹਨਾਂ ਦੀ ਜ਼ੁਬਾਨੀ, ਉਹਨਾਂ ਦੀ ਜੋ ਇਹ ਕਹਾਣੀ ਹੈ, ਕਿਸ ਤਰੀਕੇ ਦੀ ਮੁਸੀਬਤ, ਕਿਸ ਤਰੀਕੇ ਦੀ ਚੈਲੰਜਸ, ਕਿਸ ਤਰੀਕੇ ਦੀ ਪ੍ਰੋਬਲਮਸ ਉਹਨਾਂ ਦੀ ਲਾਈਫ ਦੇ ਵਿੱਚ ਆਏ, ਪਰ ਕਿਸ ਤਰੀਕੇ ਦੇ ਨਾਲ ਅਕਾਲ ਅਕੈਡਮੀਜ਼ ਨੇ ਉਹਨਾਂ ਨੂੰ ਸਹਿਯੋਗ ਦਿੱਤਾ। ਆਓ ਅਸੀਂ ਆਪ ਇਹਨਾਂ ਪਰਿਵਾਰਾਂ ਨੂੰ ਮਿਲ ਕੇ ਉਹਨਾਂ ਦੇ ਕੋਲੋਂ ਇਹ ਸਵਾਲ ਪੁੱਛਦੇ ਹਾਂ, ਉਹਨਾਂ ਕੋਲੋਂ ਜਾਣਦੇ ਹਾਂ ਕਿ ਅੱਜ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਮਹਿਸੂਸ ਹੁੰਦਾ ਹੈ, ਔਰ ਅੱਜ ਤੋਂ ਕੁਝ ਸਮਾਂ ਪਹਿਲੇ ਜਦੋਂ ਉਹ ਇਸ ਪਰੇਸ਼ਾਨੀ ਦੇ ਵਿੱਚ ਸੀਗੇ ਤਦ ਕਿੱਦਾਂ ਮਹਿਸੂਸ ਹੁੰਦਾ। मैं जो महेंद्र सिंह पातशाह इस लखन कला पिंड के रहने वाला वा। मेरा जो इंद्रजीत सिंह काका चढ़ाई कर गए पिछले अज तो कोई 18-20 दिन हो चले ने, उन्होंने ये जो बच्चे ने अकैडमी स्कूल में पढ़ते हैं, खो अकैडमी इन्हों के वास्ते मैं एक तुहाडे सारे भरावां दे अगे अर्जी की ते उन्होंने जो भी ये बच्चों के वास्ते भविख करना ही ਜਿਹੜੇ तरीके ਨਾਲ उन्होंने करना करन। मेरा बच्चा जो कीर्तन करता ਸੀ ਉਹਦੇ ਤੇ ਨਾਲ ਹੀ मेरा सारा सर्कस ਚੱਲਦਾ ਸੀ, ਉਹਦੇ ਸਿਰ ਤੇ ਸਾਰਾ ਸਾਡਾ ਸਿਲਸਿਲਾ ਚੱਲਦਾ ਸੀ। ਜਿੰਨੇ ਵੀ ਅਸੀਂ ਭੈਣ ਭਰਾ ਹਾਂ ਉਹਦੇ ਨਾਲ ਹੀ ਸਾਰੇ ਅਸੀਂ ਚੱਲਦੇ ਚਲਾਉਂਦੇ ਹਾਂ। ਇਹਨਾਂ ਦੇ ਅਕੈਡਮੀ ਵਾਲਿਆਂ ਦੇ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਡੇ ਇਹ ਪੋਤਰੀਆਂ ਜਿਹੜੀਆਂ ਨੇ ਇਹਨਾਂ ਨੂੰ ਸਕੂਲ ਦੇ ਵਿੱਚ ਫ੍ਰੀ ਖਾਤੇ ਦੇ ਵਿੱਚ ਪੜ੍ਹਾਉਣ ਦੇ ਵਾਸਤੇ ਐਲਾਨ ਕੀਤਾ ਸੀ। ਉਹਨਾਂ ਨੇ सही सलामत साढ़े बच्चों को मुफ्त पढ़ाने वास्ते साढ़े वास्ते सहूलत की है। साडा गांह का बच्चों का कोई सर्कस ये हुई हूँ इन्हों चलो पढ़ाई पूरी हो जाएगी तो साडा मन खुश रहेगा। साडा सर्कस जोड़ा माड़ा मोटा चलो थोड़ा बहुता संगत ने भी उपराला कर रहे हैं। मैं तो निहंग सिंह ही पहला तो रहा वा, निहंग सिंह ने बाहर रहा वा, चलो परिवार बच्चों ने बनया तो बाबे आखन तू हम अपना कितने डेरा ला के बह जा।
ਪਰਿਵਾਰ ਮੇਰਾ ਬਣਿਆ ਸੀ। ਮੈਂ ਆਪਣਾ ਇੱਥੇ ਡੇਰਾ ਲਾ ਕੇ ਥੋੜ੍ਹੀ ਜਿਹੀ ਜ਼ਮੀਨਾਂ ਲੈ ਕੇ ਕਮਰੇ ਪਾ ਕੇ ਤੇ ਬੈਠੇ ਆ। ਤੇ ਚਲੋ ਸਾਡਾ ਅਸੀਂ ਬੜਾ ਸ਼ੁਕਰ ਕੀਤਾ ਮਾਲਕ ਦਾ, ਵਾਹਿਗੁਰੂ ਤੂੰ ਸ਼ੁਕਰ ਹੈ, ਚੱਲ ਆਪਣਾ ਮਾੜਾ ਮੋਟਾ ਸਾਡਾ ਪਹਿਲਾਂ ਚੱਲਿਆ ਵਾ। ਇਸ ਤਰ੍ਹਾਂ ਕਰਦੇ ਕਰਦੇ ਸਾਡਾ ਟਾਈਮ ਬਤੀਤ ਹੋਣ ਡਿਆ ਸੀ। ਕੁਦਰਤੀ ਸਾਡੇ ਨਾਲ ਇਹ ਵਾਪਾ ਨੂੰ ਵਰਤ ਗਿਆ। ਸਾਨੂੰ ਬੜਾ ਇਹ ਗੱਲ ਦਾ ਸਾਡੇ ਵਿੱਚ ਵਿਚਾਰੇ ਵੀ ਹੁਣ ਅਸੀਂ ਕਿੱਧਰ ਜਾਵਾਂਗੇ, ਕੀ ਕਰਾਂਗੇ। ਬਿਲਕੁਲ ਠੀਕ ਪਾਪਾ ਜੀ ਕਿ 32 ਸਾਲ ਤੁਸੀਂ ਜਿਵੇਂ ਪਹਿਲੇ ਵੀ ਦੱਸ ਰਹੇ ਸੀਗੇ ਕਿ ਉਮਰ ਸੀ, ਔਰ ਕੀਰਤਨ ਵੀ ਬਹੁਤ ਸੋਹਣਾ ਕਰਦੇ ਸੀ। ਹਾਂਜੀ ਕੀਰਤਨ ਅਸੀਂ ਅਕਸਰ ਅਕੈਡਮੀ 'ਚ ਵੀ ਜਦੋਂ ਗੱਲ ਹੋਈ ਸਾਡੀ, ਉੱਥੇ ਵੀ ਸਾਨੂੰ ਕਈਆਂ ਨੇ ਦੱਸਿਆ, ਤੁਹਾਡੇ ਆਂਢ ਗੁਆਂਢ ਵੀ ਸਾਨੂੰ ਦੱਸਿਆ ਉਹਨਾਂ ਨੇ ਕਿ ਬਹੁਤ ਸੋਹਣਾ ਕੀਰਤਨ ਕਰਦੇ ਸੀ। ਔਰ 32 ਸਾਲ ਉਦੋਂ ਹੀ ਹੋਇਆ ਸੀ ਜਦੋਂ ਪੂਰਾ ਹੋਇਆ, ਉਦੋਂ ਪੂਰੇ ਦਿਨ ਉਦੋਂ ਉਹਦਾ ਜਨਮ ਦਿਨ, ਉਦੋਂ ਹੀ ਦਿਨ ਸੀ ਉਹਦਾ ਜਨਮ ਦਿਨ। ਤੇ ਉਹੀ ਰਸਤੇ 'ਚ ਜਿੱਦਾਂ ਤੁਸੀਂ ਦੱਸਿਆ ਕਿ ਹਾਰਟ ਅਟੈਕ ਉਹਨਾਂ ਨੂੰ ਇੱਕਦਮ ਤੋਂ ਜਿਹੜਾ ਆਇਆ, ਔਰ ਹਾਂਜੀ ਤੇ ਚੜ੍ਹਾਈ ਕਰਕੇ ਹੁਣ ਮੈਨੂੰ ਪਤਾ ਹੈ ਕਿ ਜੋ ਸੰਗਤ ਜੀ ਅਸੀਂ ਇੱਥੇ ਇਹਨਾਂ ਨਾਲ ਪਰਿਵਾਰ ਨਾਲ ਅੱਜ ਮਿਲਣ ਆਏ ਹਾਂ, ਇਹਨਾਂ ਨਾਲ ਅਸੀਂ ਗੱਲ ਕਰ ਰਹੇ ਹਾਂ ਕਿ ਇੱਕ ਜਵਾਨ ਬੇਟਾ ਜੋ ਹੈ ਜੋ ਕਿ ਘਰ ਪੂਰਾ ਚਲਾ ਰਿਹਾ ਹੈ, ਔਰ ਸਾਰਿਆਂ ਦਾ ਮਤਲਬ ਘਰ ਦੇ ਅੰਦਰ ਆਪਣੇ ਮਾਤਾ ਪਿਤਾ ਦਾ, ਆਪਣੀ ਬੱਚੀਆਂ ਦਾ, ਬੇਟੀਆਂ ਦਾ, ਸਭ ਦਾ ਧਿਆਨ ਰੱਖ ਰਿਹਾ ਹੋਏ। ਔਰ ਇੰਨਾ ਵੱਡਾ ਅਗਰ ਭਾਣਾ ਵਾਪਰ ਜੇ ਤੇ ਉਹੀ ਗੱਲ ਹੋਈ ਕਿ ਜਿਵੇਂ ਇੱਕ ਇਨਸਾਨ ਦਾ ਲੱਕ ਜੇ ਟੁੱਟ ਜਾਏ, ਜੇ ਰੀੜ੍ਹ ਦੀ ਹੱਡੀ ਟੁੱਟ ਜਾਏ, ਉਹ ਕੰਮ ਕਰਨਾ ਬੰਦ ਕਰ ਦੇ ਤੇ ਉਸ ਤੋਂ ਘੱਟ ਮੇਰੇ ਖਿਆਲ ਨਾਲ ਇਹ ਸੱਟ ਨਹੀਂ ਹੁੰਦੀ। ਤੇ ਸਭ ਤੋਂ ਵੱਡਾ ਜੋ ਸਵਾਲ, ਹੁਣ ਜੋ ਜੀ ਚਲਾ ਗਿਆ ਉਹ ਤੇ ਅਕਾਲ ਪੁਰਖ ਦਾ ਜੋ ਹੁਕਮ ਸੀ, ਉਹਨਾਂ ਦਾ ਜੋ ਭਾਣਾ ਸੀਗਾ ਉਹ ਵਾਪਰਿਆ। ਪਰ ਅੱਗੇ ਦਾ ਜੇ ਪਰਿਵਾਰ ਸੋਚੇ, ਜੋ ਉਹਨਾਂ ਨੂੰ ਸੋਚਣਾ ਵੀ ਚਾਹੀਦਾ। ਤੇ ਸਭ ਤੋਂ ਵੱਡੀ ਗੱਲ ਜੋ ਮੈਨੂੰ ਲੱਗਦੀ ਹੈ ਉਹ ਇਹਨਾਂ ਬੱਚੀਆਂ ਦੇ ਬਾਰੇ, ਕਿ ਇਹ ਬੱਚੀਆਂ ਜਿਨ੍ਹਾਂ ਦਾ ਦਾਖਲਾ ਸਕੂਲ ਦੇ ਵਿੱਚ, ਅਕੈਡਮੀ ਦੇ ਵਿੱਚ ਹੋਇਆ ਸੀ, ਹੁਣ ਅੱਗੇ ਇਹਨਾਂ ਦੀ ਪੂਰੀ ਪੜ੍ਹਾਈ, ਕਿਉਂਕਿ ਬਹੁਤ ਛੋਟੀ ਬੱਚਿਆਂ ਨੇ, ਅਵਨੀਤ ਕੌਰ ਜੋ ਕਿ UKG ਵਿੱਚ ਹੈ ਤੇ ਹਰਕਿਰਤ ਕੌਰ ਜਿਹੜੀ ਛੋਟੀ ਬੱਚੀ ਹੈ ਇਹ LKG ਦੇ ਵਿੱਚ ਹੈ। ਅੱਗੇ ਇਹਨਾਂ ਦੀ 10-12 ਸਾਲ ਦੀ ਜੋ ਪੜ੍ਹਾਈ ਹੈ ਉਹ ਕਿੱਦਾਂ ਕੀਤੀ ਜਾਏਗੀ, ਉਹ ਕਿੱਦਾਂ ਹੋਏਗੀ। ਤੇ ਤੁਸੀਂ ਪਾਪਾ ਜੀ ਦੱਸ ਰਹੇ ਸੀਗੇ ਕਿ ਅਕੈਡਮੀ ਵੱਲੋਂ ਵੀ ਅਕੈਡਮੀ ਵਾਲਿਆਂ ਨੇ ਜੀ ਬਾਬਾ ਅਕਬਾਰ ਸਿੰਘ ਹੋਰਾਂ ਨੇ ਸਾਡੇ 'ਤੇ ਬੜਾ ਪਰਉਪਕਾਰ ਕੀਤਾ। ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਡੇ ਜਿਹੜੇ ਬੱਚੇ ਨੇ ਤੁਸੀਂ ਚਿੰਤਾ ਨਾ ਕਰੋ, ਇਹ ਬੱਚੇ ਤੁਹਾਡੇ ਫ੍ਰੀ ਖਾਤੇ ਦੇ ਵਿੱਚ ਸਕੂਲ ਦੇ ਵਿੱਚ ਅਸੀਂ ਪੜ੍ਹਾਵਾਂਗੇ। ਮੈਨੂੰ ਲੱਗਦਾ ਕਿ ਅਗਰ ਅਸੀਂ ਵਿਦਿਆ ਦੀ ਜੋ ਇਹ ਦਾਤ ਸਾਨੂੰ ਮਿਲ ਜਾਏ, ਜੇ ਅੱਜ ਇਹ ਬੱਚੀਆਂ ਛੋਟੀਆਂ ਨੇ ਔਰ ਇਹਨਾਂ ਨੂੰ ਅਗਰ ਅਗਲੇ 10-12 ਸਾਲ ਤੱਕ ਇਹਨਾਂ ਦੀ, ਜਦੋਂ ਤੱਕ ਸਕੂਲ ਦੀ ਜਿਹੜੀ ਇਹਨਾਂ ਦੀ ਜੋ ਐਜੂਕੇਸ਼ਨ ਹੈ ਉਹ ਪੂਰੀ ਨਹੀਂ ਹੁੰਦੀ, ਜੇ ਇਹਨਾਂ ਦੀ ਉਹ ਐਜੂਕੇਸ਼ਨ ਜਿਵੇਂ ਇੱਕ ਅਕਾਲ ਅਕੈਡਮੀ ਨੇ ਘੁੱਗ ਨੇ ਦੇ ਵਿੱਚ ਬੱਚੇ ਪੜ੍ਹ ਰਹੇ ਨੇ, ਅਕਾਲ ਅਕੈਡਮੀ ਘੁੱਗ ਵਿੱਚ, ਔਰ ਉੱਥੇ ਇਹਨਾਂ ਬੱਚਿਆਂ ਦੀ ਜੋ ਹੈ ਫੀਸ ਮਾਫ ਕਰ ਦਿੱਤੀ ਗਈ ਹੈ। ਮੇਰੇ ਖਿਆਲ ਨਾਲ ਇਹ ਇੱਕ ਬਹੁਤ ਵੱਡਾ ਸਹਿਯੋਗ ਹੈ, ਕਿਉਂਕਿ ਜਿਸ ਉੱਚੇ ਪੱਧਰ ਦੀ ਵਿਦਿਆ ਅੱਜ ਅਕਾਲ ਅਕੈਡਮੀ 'ਚ ਮਿਲ ਰਹੀ ਹੈ, ਮੈਨੂੰ ਪੂਰਾ ਯਕੀਨ ਹੈ ਕਿ ਆਉਣ ਵਾਲੇ ਸਮੇਂ 'ਚ ਬੱਚੀਆਂ ਜਿੱਦਾਂ ਜਿੱਦਾਂ ਸਮਾਂ ਬੀਤੇਗਾ, ਜਿੱਦਾਂ ਜਿੱਦਾਂ ਵੱਡੀ ਕਲਾਸਿਸ ਵਿੱਚ ਜਾਣਗੀਆਂ, ਔਰ ਜੋ ਕੁਛ ਇਹਨਾਂ ਨੂੰ ਉੱਥੇ ਸਿੱਖਣ ਨੂੰ ਮਿਲੇਗਾ ਤੇ ਬੱਚੀਆਂ ਵੀ ਕਾਬਿਲ ਬਣਨਗੀਆਂ। ਉਹ ਸੰਸਕਾਰ ਜਿਹੜੇ ਨੇ ਉਹ ਬੱਚਿਆਂ ਨੂੰ ਅਕੈਡਮੀ ਵੱਲੋਂ ਹੀ, ਸਕੂਲ ਵੱਲੋਂ ਹੀ ਮਿਲਣਗੇ। ਨਾਲੇ ਬਹੁਤ ਅੱਛੀ ਇੱਕ ਮਤਲਬ ਗੱਲ ਤੁਸੀਂ ਕੀਤੀ ਕਿ ਭਈ ਜੇ ਸੰਤ ਬਾਬਾ ਇਕਬਾਲ ਸਿੰਘ ਜੀ ਦਾ ਜੋ ਇਹ ਮਿਸ਼ਨ ਹੈ ਕਿ ਘਰ ਘਰ ਵਿੱਚ, ਪਿੰਡਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾਏ, ਜੇ ਉਹੀ ਇਹ ਦਾਤ ਇਹਨਾਂ ਬੱਚਿਆਂ ਨੂੰ ਜਿਵੇਂ ਮਿਲ ਗਈ ਹੈ ਤੇ ਪੂਰਾ ਯਕੀਨ ਹੈ ਕਿ ਆਉਣ ਵਾਲਾ ਸਮਾਂ ਇਹਨਾਂ ਦੇ ਲਈ ਅੱਛਾ ਹੋਏਗਾ। ਸਾਹਿਬ ਸਿੰਘ ਜੀ, ਤੁਹਾਡੇ ਵੱਡੇ ਭਾਈ ਸਾਹਿਬ ਬਾਰੇ ਪਤਾ ਲੱਗਾ, ਬਹੁਤ ਅਫਸੋਸ ਹੋਇਆ। ਤੇ ਮੈਨੂੰ ਨਾਲ ਉਹਨਾਂ ਨੇ ਦੱਸਿਆ ਵੀ ਤੁਹਾਡੇ ਪਰਿਵਾਰ ਨੇ ਕਿ ਤੁਹਾਡੇ 2 ਬੱਚੇ ਨੇ ਔਰ 2 ਬੇਟੀਆਂ ਉਹਨਾਂ ਦੀ, ਵੱਡੇ ਭਾਈ ਸਾਹਿਬ ਦੀ, ਜੋ ਅਕਾਲ ਅਕੈਡਮੀ 'ਚ ਪੜ੍ਹ ਰਹੀਆਂ ਹਨ। ਹਾਂਜੀ ਹਾਂਜੀ ਭਾਜੀ ਇੱਦਾਂ, ਹਾਂਜੀ ਪੜ੍ਹਦੇ ਆ ਦੋਨੇ ਚਾਰੇ ਬੱਚੇ ਜੀ। ਵੱਡੇ ਵੀਰ ਜੀ ਦੇ ਵੀ ਜਿਹੜੇ ਆ ਉਹ ਵੀ ਉੱਥੇ ਪੜ੍ਹਦੇ ਆ ਜੀ, ਜਿੱਦਾਂ ਮੇਰੇ ਵੀ ਬੱਚੇ ਉੱਥੇ ਪੜ੍ਹਦੇ ਜੀ। ਬਹੁਤ ਧੰਨਵਾਦ ਆ ਜੀ ਉਹਨਾਂ ਦਾ। ਤੇ ਇੱਦਾਂ ਵੀ ਜਿੱਦਾਂ ਵੱਡੇ ਵੀਰ ਜੀ ਦੀ ਡੈਥ ਹੋ ਗਈ, ਉਸ ਚੀਜ਼ ਨੂੰ ਆਪਾਂ ਬੜਾ ਮਾਈਂਡ ਜਿਹਾ ਕੀਤਾ ਜੀ, ਬੜਾ ਵੀ ਜਿੱਦਾਂ ਵੀ ਹੁਣ ਬੱਚਿਆਂ ਨੂੰ ਕਿੱਦਾਂ ਪੜ੍ਹਾਵਾਂਗੇ, ਕੀ ਕਰਾਂਗੇ। ਤੇ ਭਾਈ ਸਾਹਿਬ ਹੁਣ ਜਿੱਦਾਂ ਮਹਾਂਪੁਰਸ਼ਾਂ ਦੇ ਵੱਡਿਆਂ ਨੇ, ਭਾਈ ਇਕਬਾਲ ਸਿੰਘ ਜੀ ਨੇ ਮਹਾਂਪੁਰਸ਼ਾਂ ਨੇ ਬੇਨਤੀ ਕੀਤੀ ਵੀ ਇੱਥੇ ਆ ਕੇ ਕਿਹਾ ਵੀ ਅਸੀਂ ਬੱਚਿਆਂ ਦਾ ਸਾਰਾ ਜਿੰਨਾ ਵੀ ਦੇਖ ਰੇਖ ਜਿਹੜੀ ਆ 12 ਸਾਲ ਤੱਕ ਆਪਾਂ ਸੋਚਾਂਗੇ ਜੀ ਇਹਨਾਂ ਦਾ। ਨਹੀਂ ਬਿਲਕੁਲ ਜੀ। ਬਾਕੀ ਮੈਨੂੰ ਤਾਂ ਲੱਗਦਾ ਕਿ ਅੱਜ ਸ਼ਾਇਦ ਵਿਰਲਾ ਹੀ ਕੋਈ ਸਕੂਲ ਹੋਏਗਾ ਜਾਂ ਅਕੈਡਮੀ ਹੋਏਗੀ ਜਿੱਥੇ ਪਰਿਵਾਰ ਦੇ ਅੰਦਰ ਇੱਦਾਂ ਕੋਈ ਭਾਣਾ ਵਰਤ ਜਾਏ ਤੇ ਸਕੂਲ ਵਾਲੇ ਆਪ ਆ ਕੇ ਕਹਿ ਦੇਣਗੇ ਕਿ ਵੀ ਅਸੀਂ ਪੜ੍ਹਾਈ ਜਿਹੜੀ ਆ ਉਹ ਮੁਫਤ ਕਰ ਦਾਂਗੇ, ਫੀਸ ਮਾਫ ਕਰ ਦਾਂਗੇ। ਇੱਦਾਂ ਦਾ ਸੱਚੀ ਗੱਲ ਆ ਜੀ, ਇਹ ਯਕੀਨ ਆ ਵੀ ਜਿਹੜਾ ਮਹਾਂਪੁਰਸ਼ਾਂ ਨੇ ਬੜਾ ਤੜਾ ਜੁੰਮਾ ਜਿਹੜਾ ਸਾਂਭਿਆ ਜੀ, ਬਹੁਤ ਧੰਨਵਾਦੀ ਆ ਇਹਨਾਂ ਦੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਮੇਰਾ ਬੇਟਾ ਸੀ ਜੀ, ਤੇ ਉਸकी ਡੈਥ ਹੋ ਗਈ ਸੀ ਤੇ 2014 ਵਿੱਚ ਉਹਦੀ ਡੈਥ ਹੋਈ ਆ ਜੀ। ਉਹ 27 ਸਾਲ ਦੇ ਜਦੋਂ ਉਹਨਾਂ ਦੀ ਮਤਲਬ ਡੈਥ ਹੋਈ ਆ, ਤੇ ਉਹਨਾਂ ਦੀ 1.5 ਸਾਲ ਦੀ ਗੁੜੀਆ ਸੀ, ਤੇ ਉਹਦੀ ਤਮੰਨਾ ਸੀ ਵੀ ਮੈਂ ਗੁੜੀ ਬੱਚੇ ਅਕਾਡਮੀ ਵਿੱਚ ਪਾਉਣੇ ਆ। ਤੇ ਇਹ ਗੁੜੀਆ ਜਿਹੜੀ ਆ ਇਹਨੂੰ ਮਤਲਬ ਉਹਦੇ ਜਾਣ ਤੋਂ ਬਾਅਦ ਜਦੋਂ ਉਹਦੀ ਡੈਥ ਹੋ ਗਈ, ਜਾਣ ਤੋਂ ਬਾਅਦ ਗੁੜੀਆ ਇਸ ਅਕਾਡਮੀ ਵਿੱਚ ਪਾਈ ਆ। 1.5 ਸਾਲ ਜੀ ਪੜ੍ਹੀ ਆ, ਮੁੜ ਕੇ ਕੋਈ ਕਾਰਨ ਇਸ ਤਰ੍ਹਾਂ ਦੀ ਮੁਸ਼ਕਲ ਆ ਗਈ, ਫਿਰ ਅਸੀਂ ਉਹਨੂੰ ਹਟਾ ਦਿੱਤਾ, ਇਹ ਅਕੈਡਮੀ 'ਚ ਹਟਾ ਦਿੱਤੇ। ਫਿਰ ਅਸੀਂ ਬੜੀਆਂ ਮਿੰਨਤਾਂ ਕੀਤੀਆਂ ਮਤਲਬ ਵੀ ਇਹਦੇ ਫਰੀ ਬੱਚੇ ਪੜ੍ਹ ਜਾਣ, ਫਿਰ ਮੁਸ਼ਕਲ ਬਹੁਤ ਹੀ ਜ਼ਿਆਦਾ ਜੀ ਆ ਗਈ। ਇਸ ਤੋਂ ਬਾਅਦ ਜੀ ਫਿਰ ਇਹਨਾਂ ਦੇ ਥੋੜ੍ਹੇ ਜਿਹੇ ਦੀ ਜਦੋਂ ਡੈਥ ਹੋ ਗਈ ਤਾਂ ਫਿਰ ਸਾਨੂੰ ਥੋੜ੍ਹੇ ਜਿਹੇ ਪੈਸੇ ਮਿਲੇ, ਫਿਰ ਅਸੀਂ ਉੱਚੇ ਵੇਟ ਵਿੱਚ ਇਹਨਾਂ ਦੇ ਬੱਚਿਆਂ ਨੂੰ ਪਾ ਦਿੱਤਾ। ਅਤੇ ਉਸ ਤੋਂ ਬਾਅਦ ਫਿਰ ਬਾਹਲਾ ਹੀ ਹੱਥ ਤੰਗ ਆ ਗਿਆ, ਅਸੀਂ ਕਿਹਾ ਹੁਣ ਕੀ ਕਰ ਸਕਦਾ। ਫਿਰ ਅਸੀਂ ਉਹ ਵੀਰ ਦੇ ਨਾਲ ਸਾਨੂੰ ਮਤਲਬ ਉਹਦੇ ਨਾਲ ਸਪਰ ਹੋਇਆ, ਫਿਰ ਉਹਦੇ ਨਾਲ ਬੇਨਤੀ ਕੀਤੀ ਉਹਨਾਂ ਦੇ ਨਾਲ ਵੀ ਸਾਨੂੰ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਹ ਕਹਿੰਦੇ ਠੀਕ ਹੈ, ਤੁਹਾਡੀ ਬਾਬਾ ਜੀ ਸੁਣਨਗੇ ਤਾਂ ਤੁਸੀਂ ਉਹਨਾਂ ਨੂੰ ਆਪਣੇ ਸਹੀ ਦੱਸੋ ਵੀ ਸਹੀ ਸਹੀ ਬਿਆਨ ਦੱਸੋ। ਹਾਂਜੀ, ਅਤੇ ਫਿਰ ਅਸੀਂ ਮਤਲਬ ਉੱਥੇ ਆਪਣਾ ਸਾਡੇ ਰਿਸ਼ਤੇਦਾਰੀ ਤਰਫ ਬੜੇ ਦੂਰ ਵੀ ਨਹੀਂ, ਨਾ ਬੜਾ ਨੇੜੇ ਹੀ ਆਪਣੇ ਰਿਸ਼ਤੇਦਾਰ ਆ, ਇੱਥੇ ਬਿਜਲੀ ਘਰ ਲੱਗੇ। ਫਿਰ ਉਹਨਾਂ ਦੇ ਨਾਲ ਅਸੀਂ ਗੱਲ ਕੀਤੀ, ਉਹ ਕਹਿੰਦੇ ਵੀ, ਅਤੇ ਫਿਰ ਉਹਨਾਂ ਨੇ ਹਰਪ੍ਰੀਤ ਨਾਲ ਕੀਤੀ। ਫਿਰ ਸਾਨੂੰ ਉੱਥੋਂ ਦਿੱਲੀੋਂ ਨੰਬਰ ਮਿਲਿਆ, ਅਤੇ ਫਿਰ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਆ ਵੀ ਅਸੀਂ ਮੇਰੀ ਮੁਸ਼ਕਿਲ ਬੜੀ ਆਈ ਹੈ ਅਤੇ ਮੈਂ ਕਿੱਦਾਂ ਬੱਚੇ ਪੜ੍ਹਾਉਣੇ ਆ, ਵੀ ਮਤਲਬ ਬਹੁਤ ਹੱਥ ਟੈਟ ਵਾ, ਅਤੇ ਹੁਣ ਕਿੱਦਾਂ ਹੋ ਸਕਦੀ ਆ। ਹਾਂਜੀ, ਅਤੇ ਕੋਈ ਸਾਨੂੰ ਕੁਛ ਬੋਲਦਾ ਸੀ, ਕੋਈ ਕੁਛ ਕਹਿੰਦੇ ਸਰਕਾਰੀ ਬਹੁਤ ਕੁਛ ਕਹਿੰਦੇ ਸੀ। ਅਸੀਂ ਵੀ ਇੱਦਾਂ ਵਾ ਵੀ ਹੱਥ ਬਹੁਤ ਟੈਟ, ਕਿਸੇ ਬੰਨੇ ਕੋਈ ਆਮਦਨ ਨਹੀਂ ਹੈਗੀ। ਬੇਟਾ ਵਾ ਅਤੇ ਉਹ ਜਿਹੜਾ ਛੋਟਾ ਵਾ, ਅਤੇ ਉਹ ਹੁਣ ਜਮਰ ਬਾਹਰ ਵਾ, ਅਤੇ ਕੋਈ ਉਹਦਾ ਨਹੀਂ, ਸਾਨੂੰ 2 ਸਾਲ ਹੋ ਗਏ ਫੋਨ ਵੀ ਨਹੀਂ ਗਾ, ਅਤੇ ਇੱਦਾਂ ਕੰਮ ਵੀ ਨਹੀਂ ਉਹਨੂੰ ਮਿਲਦਾ, ਅਤੇ ਨਾ ਸਾਨੂੰ ਪਤਾ ਨਹੀਂ ਗਾ ਕੀ ਹਿਸਾਬ ਕਿਤਾਬ ਕੀ ਨਹੀਂ ਹਿਸਾਬ ਕਿਤਾਬ ਉਹਦਾ। ਤਾਂ ਸਾਨੂੰ ਅਤੇ ਨਾ ਤਾਏ ਚਾਚੇ ਅੱਜ ਕੱਲ੍ਹ ਕੌਣ ਸਮਝਦੇ ਆ ਕਿ ਨਹੀਂ, ਭਾਵੇਂ ਤਾਏ ਚਾਚੇ ਕਿੱਦਾਂ ਹੋਣ, ਅਤੇ ਉਹ ਥੋੜ੍ਹੇ ਬਗਾਨੇ ਬੱਚਿਆਂ ਨੂੰ ਕਿੱਦਾਂ ਭਰਾ ਦੇ, ਭਾਵੇਂ ਕਿਸ ਤਰ੍ਹਾਂ ਹੀ ਆ, ਹੈ ਨਾ। ਅਤੇ ਇਹਦੀ ਜਿਹੜੀ ਮੰਮਾ ਸੀ 9 ਮਹੀਨੇ ਇਹਨੂੰ ਛੱਡ ਕੇ ਚਲੀ ਗਈ ਸੀ, ਇਹਨਾਂ ਦੀ ਮਾਤਾ ਜਿਹੜੀ ਸੀ ਛੱਡ ਕੇ ਇਹਨਾਂ ਨੂੰ ਚਲੀ ਗਈ ਸੀ। ਅਤੇ ਫਿਰ ਮੇਰਾ ਕੋਈ ਸਹਾਰਾ ਹੈ ਨਹੀਂ ਸੀ। ਮੇਰਾ ਕੋਈ ਸਹਾਰਾ ਹੈ ਨਹੀਂ, ਫਿਰ ਮੈਂ ਇੱਦਾਂ ਕਰਕੇ ਮੈਂ ਉਹਨਾਂ ਦੇ ਨਾਲ ਸੰਪਰਕ ਕੀਤਾ, ਅਤੇ ਫਿਰ ਤਾਂ ਕਰਕੇ ਵੀ ਕਿਹਾ ਵੀ ਬੱਚੇ ਮੇਰੇ ਫਰੀ ਪੜ੍ਹਨੇ ਚਾਹੀਦੇ ਆ। ਹਾਂਜੀ, ਅਤੇ ਬੜੀ ਮਿਹਰਬਾਨੀ ਮੇਰੇ 'ਤੇ ਕਿਰਪਾ। I am a girl. I am 6 years old. I read in 1st B class. My school name is Akal Academy, Tariwal Bed. My teacher's name is Rajwant Kar. My favorite fruit is mango. My favorite color is red. My best friend name is Jashandeep Kaur. ਹਾਂਜੀ, ਫੋਨ ਉੱਧਰੋਂ ਜੀ ਉਹਨਾਂ ਨੇ ਪਹਿਲਾਂ ਕੀਤਾ ਸੀ ਸਾਨੂੰ, ਅਤੇ ਕਹਿੰਦੇ ਸੀ ਵੀ ਤੁਸੀਂ ਬੱਚੇ ਇੰਨੀ ਤਰੀਕ ਤੋਂ ਤੁਸੀਂ ਭੇਜ ਦਿਓ। ਠੀਕ ਹੈ, ਕਿੱਥੇ ਕਹਿੰਦੇ ਕਿ ਧਾਰੀਵਾਲ ਅਕੈਡਮੀ ਹੈ, ਕਿੱਥੇ ਕਹਿੰਦੇ ਠੀਕ ਆ। ਅਤੇ ਫਿਰ ਅਸੀਂ ਮੈਂ ਇਹਨਾਂ ਨੂੰ ਬੱਚਿਆਂ ਨੂੰ 2 ਦਿਨ ਪਹਿਲਾਂ ਹਰਪ੍ਰੀਤ ਕੋਲ ਵੀਰ ਪਤਾ ਨਹੀਂ ਇਹਦੇ ਅਕੈਡਮੀ ਵਿੱਚ ਅਸੀਂ ਬੋਲਦੇ ਹਾਂ। ਮੈਂ ਕਿਹਾ ਇਹਦੀ ਮਾਤਾ ਜੀ ਆਉਣ ਲੱਗੇ, ਮੈਂ ਕਿਹਾ ਕਿੱਥੋਂ ਅਸੀਂ ਅਕੈਡਮੀ ਵਿੱਚ ਆਉਣ ਲੱਗੇ। ਮੈਂ ਕਿਹਾ ਚਲੋ ਠੀਕ ਆ। ਉਹ ਵੀਰ ਜੀ ਆਏ ਆ, ਅਤੇ ਇੱਦਾਂ ਉਹ ਵੇਖ ਕੇ ਪੁੱਛ ਕੇ ਚਲੇ ਗਏ ਆ। ਉਹਦੇ ਨਾਂ ਦਾ ਤਾਂ ਮੈਨੂੰ ਪਤਾ ਨਹੀਂ ਸੀ। ਅੱਛਾ, ਪੁੱਛ ਕੇ ਚਲੇ ਗਏ। ਉਸ ਤੋਂ ਬਾਅਦ ਫਿਰ ਇੱਕ ਉੱਧਰ ਪਤਾ ਨਹੀਂ ਕੀ ਤਰੀਕ ਸੀ, ਉੱਧਰ ਗੁਰੂ ਸਾਹਿਬ ਆਇਆ ਵੀਰ ਜੀ, ਅਤੇ ਉਹ ਵੀ ਉੱਧਰ ਮਤਲਬ ਫੁੱਟ ਲਾ ਕੇ ਅਤੇ ਲੈ ਗਏ ਆ ਮਤਲਬ। ਫਿਰ ਉਸ ਤੋਂ ਬਾਅਦ ਕਹਿੰਦੇ ਤੁਸੀਂ ਮਾਤਾ ਬੱਚੇ ਭੇਜ ਦਿਓ। ਫਿਰ ਅਸੀਂ ਉੱਧਰ ਬੱਚੇ ਫਿਰ ਇਹਨਾਂ ਨੂੰ ਭੇਜ ਦਿੱਤਾ, ਅਤੇ ਫਿਰ ਬਾਅਦ ਵਿੱਚ ਮੈਂ ਗਈ ਉਹਨਾਂ ਦੇ ਨਾਲ ਅਕੈਡਮੀ ਵਿੱਚ ਧਾਰੀਵਾਲ। ਅਤੇ ਇੱਕ ਘੜੀ ਮੁਸ਼ਕਲ ਦੀ, ਅਤੇ ਵੀਰ ਜੀ ਇੱਕ ਘੜੀ ਕੱਢੀ ਨਹੀਂ ਜਾਂਦੀ। ਸੁੱਖਾਂ ਦੇ ਆਪਾਂ ਯੁੱਗ ਵੀ ਤਾਂ ਲੈਂਦੇ ਆ ਨਾ, ਸੁੱਖਾਂ ਦੇ ਇੱਕ ਮੁਸ਼ਕਲ ਦੀ, ਅਤੇ ਇੱਕ ਘੜੀ ਵੀ ਜਿਹੜੀ ਆ ਨਾ ਬੜੀ ਮੁਸ਼ਕਲ ਹੁੰਦੀ ਆ। ਸੰਗਤ ਜੀ, ਇੱਥੇ ਇੱਕ ਗੱਲ ਜਿਸ 'ਤੇ ਸਾਨੂੰ ਸਾਰਿਆਂ ਨੂੰ ਗੌਰ ਕਰਨਾ ਚਾਹੀਦਾ ਉਹ ਇਹ ਹੈ ਕਿ ਮਾਤਾ ਜੀ ਨੇ ਆਪ ਦੱਸਿਆ ਕਿ ਉਹਨਾਂ ਨੂੰ ਇੱਕ ਨੰਬਰ ਮਿਲਿਆ। ਉਸ ਮੋਬਾਈਲ ਨੰਬਰ 'ਤੇ ਜਦੋਂ ਉਹਨਾਂ ਨੇ ਕਾਲ ਕੀਤਾ ਤੇ ਉਹ ਬੜੂ ਸਾਹਿਬ ਦੇ ਕਲਗੀਧਰ ਟਰੱਸਟ ਦੇ ਦਿੱਲੀ ਦਫ਼ਤਰ ਦੇ ਵਿੱਚ ਲੱਗਿਆ। ਦਿੱਲੀ ਦਫ਼ਤਰ ਦੇ ਵਿੱਚ ਜਿਸ ਵੀਰ ਨੇ ਫੋਨ ਚੁੱਕਿਆ, ਉਹਨਾਂ ਨੇ ਉਹਨਾਂ ਦੀ ਕਾਲ ਆਨਸਰ ਕਰਕੇ, ਉਹਨਾਂ ਦੇ ਨਾਲ ਗੱਲਾਂ ਕਰਕੇ, ਉਹਨਾਂ ਦੀ ਸਾਰੀ ਪ੍ਰੋਬਲਮ ਨੂੰ ਜਾਣ ਕੇ ਆਪਣੀ ਇੱਕ ਟੀਮ ਨੂੰ ਬਕਾਇਦਾ ਉਹਨਾਂ ਦੇ ਘਰ ਭੇਜਿਆ, ਜਿਸ ਟੀਮ ਨੇ ਜਾ ਕੇ ਉੱਥੇ ਚੈੱਕ ਕੀਤਾ, ਵੇਰਵਾ ਕੀਤਾ ਕਿ ਵਾਕਈ ਹੀ ਪ੍ਰੋਬਲਮ ਕਿਸ ਤਰੀਕੇ ਦੀ ਹੈ ਔਰ ਉਸ ਦਾ ਕੀ ਹੱਲ ਕੱਢਿਆ ਜਾ ਸਕਦਾ ਹੈ। ਮੇਰਾ ਮੰਨਣਾ ਹੈ ਕਿ
ਕਲਗੀਧਰ ਟਰਸਟ ਬੜੂ ਸਾਹਿਬ ਦੇ ਜਿਨ੍ਹਾਂ ਇਹ ਵੀਰਾਂ ਨੇ ਜੋ ਦਿੱਲੀ ਦਫ਼ਤਰ ਤੋਂ ਜਿਨ੍ਹਾਂ ਨੇ ਕਾਲ ਅਟੈਂਡ ਕੀਤੀ ਔਰ ਇਸ ਕਾਲ ਨੂੰ ਨਿਗਲੈਕਟ ਨਹੀਂ ਕੀਤਾ ਬਲਕਿ ਉਸ ਦੇ ਉੱਪਰ ਐਕਸ਼ਨ ਲਿੱਤਾ, ਵਾਕਈ ਇਹ ਕਾਬਿਲੇ ਤਾਰੀਫ ਹੈ। ਅੱਜ ਸਾਡੇ ਮੋਬਾਈਲ ਦੇ ਵਿੱਚ WhatsApp ਤੇ ਬਹੁਤ ਸਾਰੇ ਸਾਨੂੰ ਇਹੋ ਜਿਹੇ ਮੈਸੇजेस ਵੀ ਆਉਂਦੇ ਨੇ, ਕਈ ਵਾਰੀ ਸਾਨੂੰ ਮੋਬਾਈਲ ਤੇ ਕਾਲਸ ਵੀ ਆ ਜਾਂਦੀਆਂ ਨੇ, ਪਰ ਕਿੰਨੀ ਕੁ ਵਾਰੀ ਅਸੀਂ ਉਹਨਾਂ ਦੇ ਉੱਪਰ ਐਕਸ਼ਨ ਲੈਂਦੇ ਹਾਂ, ਕਿੰਨੀ ਕੁ ਵਾਰੀ ਅਸੀਂ ਉਹਨਾਂ ਦੀ ਪ੍ਰੋਬਲਮਸ ਸੁਣ ਕੇ ਉਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਇੱਕ ਇੰਡੀਵਿਜੂਅਲ ਹਾਂ, ਪਰ ਕਲਗੀਧਰ ਟਰਸਟ ਇੱਕ ਬੜੂ ਸਾਹਿਬ ਜੋ ਹੈ ਇੱਕ ਬਹੁਤ ਵੱਡੀ ਆਰਗੇਨਾਈਜੇਸ਼ਨ ਹੈ, ਇੱਕ ਸੰਸਥਾ ਹੈ। ਹਿਸਾਬ ਲਗਾਓ ਕਿ ਉਹਨਾਂ ਨੂੰ ਕਿੰਨੀਆਂ ਕੁ ਕਾਲਸ, ਕਿੰਨੇ ਕੁ ਮੈਸੇजेस, ਕਿੰਨੀ ਕੁ ਈਮੇਲਸ ਆਉਂਦੀਆਂ ਹੋਣਗੀਆਂ ਜਿਸ ਦੇ ਵਿੱਚ ਲੋਕੀ ਆਪਣੀ ਮੁਸੀਬਤਾਂ ਦੱਸਦੇ ਹੋਣਗੇ, ਜਿਸ ਦੇ ਵਿੱਚ ਉਹਨਾਂ ਦੇ ਨਾਲ ਆਪਣੀ ਪ੍ਰੋਬਲਮ ਸ਼ੇਅਰ ਕਰਕੇ ਉਸ ਦਾ ਹੱਲ ਮੰਗਦੇ ਹੋਣਗੇ ਜਾਂ ਉਹਨਾਂ ਕੋਲੋਂ ਰਿਕੁਐਸਟ ਕਰਦੇ ਹੋਣਗੇ ਕਿ ਇੱਦਾਂ ਕੋਈ ਹੱਲ ਕੱਢੋ, ਕੋਈ ਸੋਲੂਸ਼ਨ ਦਿਓ। ਤੇ ਇੱਕ ਇੱਕ ਕਾਲ ਨੂੰ ਜਾਂ ਇੱਕ ਇੱਕ ਮੈਸੇਜ ਨੂੰ ਇਗਨੋਰ ਨਾ ਕਰਕੇ ਬਲਕਿ ਉਸ ਦੇ ਉੱਪਰ ਐਕਸ਼ਨ ਲੈ ਕੇ ਅੱਗੇ ਉਹਨਾਂ ਦੀ ਮਦਦ ਕਰਨਾ, ਇਹ ਵਾਕਈ ਆਪਣੇ ਆਪ ਦੇ ਅੰਦਰ ਇੱਕ ਡੈਡੀਕੇਸ਼ਨ ਜਿਸ ਨੂੰ ਅਸੀਂ ਕਹਿ ਸਕਦੇ ਹਾਂ, ਉਹ ਡੈਡੀਕੇਸ਼ਨ, ਉਹ ਸਪਿਰਿਟ ਜੋ ਹੈ ਉਹ ਬਹੁਤ ਹਾਈ ਹੈ। ਸੋ ਮੈਂ ਚਾਹਾਂਗਾ ਕਿ ਅਸੀਂ ਇਹਨਾਂ ਗੱਲਾਂ ਦੇ ਉੱਪਰ ਵੀ ਗੌਰ ਕਰੀਏ ਕਿ ਕਿਸੇ ਦੀ ਪ੍ਰੋਬਲਮ ਵੀ ਇਸ ਸੰਸਥਾ ਦੇ ਲਈ ਛੋਟੀ ਪ੍ਰੋਬਲਮ ਨਹੀਂ ਹੈ, ਕਿਸੇ ਦੀ ਵੀ ਪ੍ਰੋਬਲਮ ਉਹਨਾਂ ਦੇ ਲਈ ਇੱਦਾਂ ਦੀ ਪ੍ਰੋਬਲਮ ਨਹੀਂ ਹੈ ਜਿਸ ਨੂੰ ਨਿਗਲੈਕਟ ਕੀਤਾ ਜਾਏ। ਜਿੱਥੇ ਵੀ ਕੋਈ ਵੀ ਖਾਸ ਕਰਕੇ ਵਿਦਿਆ ਦੇ ਰਿਲੇਟਡ ਜੋ ਵੀ ਪ੍ਰੋਬਲਮ ਹੈ, ਜਿੱਥੇ ਇਹ ਸਹਿਯੋਗ ਦੇ ਸਕਦੇ ਹਨ, ਮੈਨੂੰ ਲੱਗਦਾ ਕਿ ਵੱਧ ਚੜ ਕੇ ਇਹ ਸੰਸਥਾ ਸਹਿਯੋਗ ਦੇ ਰਹੀ ਹੈ। ਸੰਗਤ ਜੀ, ਅਸੀਂ ਇਸ ਪਰਿਵਾਰ ਨੂੰ ਮਿਲੇ, ਇਹਨਾਂ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਮਿਲੇ, ਉਹਨਾਂ ਦੇ ਚਿਹਰੇ ਦੀ ਅਸੀਂ ਮੁਸਕਰਾਹਟ ਦੇਖੀ, ਨਾਲ ਹੀ ਨਾਲ ਅਸੀਂ ਉਹ ਬਜ਼ੁਰਗ ਮਾਤਾ ਜੀ ਨੂੰ ਵੀ ਦੇਖਿਆ। ਇੱਕ ਵਸਿਆ ਵਸਾਇਆ ਪਰਿਵਾਰ, ਪਰ ਜੋ ਉਹਨਾਂ ਦਾ ਮੇਨ ਅਰਨਿੰਗ ਮੈਂਬਰ ਹੈ ਉਹ ਗੁਜ਼ਰ ਗਿਆ ਔਰ ਉਸ ਤੋਂ ਬਾਅਦ ਪਰਿਵਾਰ ਦੇ ਉੱਪਰ ਇਸ ਤਰੀਕੇ ਦੀ ਮੁਸੀਬਤ ਆ ਜਾਂਦੀ ਹੈ ਕਿ ਉਹਨਾਂ ਨੂੰ 2 ਵਕਤ ਦੀ ਰੋਟੀ ਵੀ ਮੁਸ਼ਕਿਲ ਹੋ ਜਾਂਦੀ ਹੈ। ਬੱਚੇ ਸਕੂਲ ਨਹੀਂ ਜਾ ਪਾ ਰਹੇ, ਜਿਸ ਦਾ ਮਤਲਬ ਕਿ ਅੱਜ ਅਗਰ ਉਹ ਬੱਚੇ ਸਕੂਲ ਜਾ ਕੇ ਵਿਦਿਆ ਨਹੀਂ ਲੈ ਪਾ ਰਹੇ ਨੇ, ਪੜ੍ਹ ਨਹੀਂ ਪਾ ਰਹੇ ਨੇ, ਤੇ ਆਉਣ ਵਾਲੇ ਸਮੇਂ ਦੇ ਅੰਦਰ ਨਾ ਉਹਨਾਂ ਨੂੰ ਕੋਈ ਨੌਕਰੀ ਮਿਲੇਗੀ, ਨਾ ਉਹ ਕੋਈ ਅੱਛਾ ਕੰਮ ਕਰ ਪਾਉਣਗੇ। ਵਿਦਆਊਟ ਐਜੂਕੇਸ਼ਨ ਕਿਧਰੇ ਨਾ ਕਿਧਰੇ ਉਹ ਆਪਣੀ ਲਾਈਫ ਦੇ ਅੰਦਰ ਸਫਰ ਜ਼ਰੂਰ ਕਰਨਗੇ। ਇਹਨਾਂ ਦੇ ਕੋਲ ਨਾ ਹੀ ਕੋਈ ਲਾਈਫ ਇੰਸ਼ੋਰੈਂਸ ਹੈ, ਨਾ ਕੋਈ ਇਹੋ ਜਿਹੀ ਪਾਲਿਸੀ ਹੈ, ਨਾ ਹੀ ਕੋਈ ਫਿਕਸ ਡਿਪੋਜ਼ਿਟ ਹੈ ਕਿ ਕੋਈ ਪਰਿਵਾਰ ਦਾ ਗੁਜ਼ਰ ਗਿਆ ਤੇ 10 ਲੱਖ 20 ਲੱਖ ਤੁਹਾਨੂੰ ਇੰਸ਼ੋਰੈਂਸ ਕੰਪਨੀ ਕੋਲੋਂ ਮਿਲ ਜਾਣਗੇ, ਜਾਂ ਤੁਸੀਂ ਕੋਈ ਫਿਕਸ ਡਿਪੋਜ਼ਿਟ ਜੋ ਹੈ ਉਸ ਨੂੰ ਤੁੜਵਾ ਕੇ ਜੋ ਮਾਇਆ ਤੁਹਾਡੇ ਕੋਲ ਹੈਗੀ ਹੈ, ਜੋ ਰਕਮ ਤੁਹਾਡੇ ਕੋਲ ਆਉਂਦੀ ਹੈ, ਤੁਸੀਂ ਉਸ ਦੇ ਨਾਲ ਗੁਜ਼ਾਰਾ ਕਰ ਸਕਦੇ ਹੋ। ਪਰ ਇਹਨਾਂ ਦੀ ਜੋ ਇੰਸ਼ੋਰੈਂਸ ਹੈ ਉਹ ਅਸੀਂ ਹਾਂ, ਇਹਨਾਂ ਦੇ ਜੋ ਫਿਕਸ ਡਿਪੋਜ਼ਿਟ ਆ ਉਹ ਅਸੀਂ ਹਾਂ। ਅਸੀਂ ਹੀ ਇਹਨਾਂ ਦੇ ਲਈ ਉਹ ਇੰਸ਼ੋਰੈਂਸ ਪਾਲਿਸੀ ਔਰ ਫਿਕਸ ਡਿਪੋਜ਼ਿਟ ਬਣ ਕੇ ਇਹਨਾਂ ਦੀ ਮਦਦ ਕਰ ਸਕਦੇ ਹਾਂ। ਸ਼ਾਇਦ ਕਿਸੇ ਦੇ ਮਨ 'ਚ ਇਹ ਵੀ ਵਿਚਾਰ ਆ ਰਿਹਾ ਹੋਵੇਗਾ ਕਿ ਅਸੀਂ ਕਿਉਂ ਕਿਸੇ ਹੋਰ ਦੀ ਇੰਸ਼ੋਰੈਂਸ ਪਾਲਿਸੀ ਹੋ ਗਏ ਜਾਂ ਫਿਕਸ ਡਿਪੋਜ਼ਿਟ ਹੋ ਗਏ, ਇਨ ਅਦਰ ਵਰਡਸ ਅਸੀਂ ਕਿਉਂ ਕਿਸੇ ਹੋਰ ਦੀ ਮਦਦ ਕਰਨ ਦੇ ਲਈ ਜੇ ਉਹਨਾਂ ਦੇ ਪਰਿਵਾਰ 'ਤੇ ਪ੍ਰੋਬਲਮ ਆਈ ਤੇ ਅਸੀਂ ਕਿਉਂ ਆਪਣੇ ਵੱਲੋਂ ਪੈਸਾ ਲਗਾ ਕੇ ਸਹਿਯੋਗ ਦਈਏ ਇਹੋ ਜਿਹੇ ਪਰਿਵਾਰਾਂ ਨੂੰ। ਪਰ ਅਸੀਂ ਉਸ ਵੇਲੇ ਕਿਉਂ ਨਹੀਂ ਇਹ ਚੀਜ਼ ਸੋਚਦੇ, ਅਸੀਂ ਕਿਉਂ ਜਦੋਂ ਮਹਾਰਾਜ ਨੇ ਸਾਨੂੰ ਇੰਨਾ ਕੁਝ ਦਿੱਤਾ, ਅਸੀਂ ਕਿਉਂ ਜਦੋਂ ਸਾਡੇ ਖਜ਼ਾਨੇ ਜੋ ਨੇ ਉਹ ਮਹਾਰਾਜ ਨੇ ਕਿੰਨੇ ਭਰ ਦਿੱਤੇ। ਜੇ ਅਸੀਂ ਇਹ ਸਵਾਲ ਕਦੀ ਮਹਾਰਾਜ ਨੂੰ ਨਹੀਂ ਕੀਤਾ ਤੇ ਫਿਰ ਸਾਨੂੰ ਇਹ ਸਵਾਲ ਵੀ ਨਹੀਂ ਕਰਨਾ ਚਾਹੀਦਾ ਕਿ ਅਸੀਂ ਕਿਉਂ ਇਹਨਾਂ ਦੀ ਮਦਦ ਕਰੀਏ। ਸੰਗਤ ਜੀ, ਸਾਨੂੰ ਆਪ ਅੱਗੇ ਵੱਧ ਕੇ ਇਹੋ ਜਿਹੇ ਪਰਿਵਾਰਾਂ ਨੂੰ ਸਹਿਯੋਗ ਦੇਣਾ ਪਏਗਾ। ਅੱਜ ਦੀ ਇਸ ਖਾਸ ਮੁਲਾਕਾਤ ਦੇ ਵਿੱਚ ਹੁਣ ਅਸੀਂ ਅੱਗੇ ਵੱਧਦੇ ਹਾਂ ਔਰ ਇੱਕ ਹੋਰ ਪਰਿਵਾਰ ਦੇ ਨਾਲ ਮਿਲਦੇ ਹਾਂ, ਜਾਣਦੇ ਹਾਂ ਕਿ ਉਹਨਾਂ ਦੀ ਜੀਵਨ ਦੇ ਵਿੱਚ ਕਿਹੋ ਜਿਹੀ ਪ੍ਰੋਬਲਮ, ਕਿਹੋ ਜਿਹੀ ਮੁਸੀਬਤਾਂ ਆਈਆਂ ਔਰ ਫਿਰ ਉਸ ਦਾ ਹੱਲ ਕਿੱਦਾਂ ਨਿਕਲਿਆ। ਅਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਤੇ ਮੇਰੇ ਗੁਰਸਾਹਿਬ ਤੇ ਗੁਰਸ਼ਰਨ ਸਿੰਘ ਬੇਟਾ ਜੋ ਅਕਾਲ ਅਕੈਡਮੀ ਵਿੱਚ ਪੜ੍ਹ ਰਹੇ ਨੇ, ਬਹੁਤ ਅੱਛਾ ਪੜ੍ਹ ਰਹੇ ਨੇ। ਅੱਜ ਤੋਂ 9 ਸਾਲ ਪਹਿਲਾਂ ਮੇਰੇ ਹਸਬੈਂਡ ਨੂੰ ਸੱਟ ਲੱਗੀ ਸੀ, ਉਹ ਕੋਈ ਕੰਮਕਾਰ ਨਹੀਂ ਕਰ ਸਕਦੇ, ਬਿਲਕੁਲ ਬੈੱਡ ਤੇ ਸਨ। ਤੇ ਮੇਰੇ ਵੀਰ, ਮੇਰੀ ਭੈਣ ਨੇ ਮੈਨੂੰ ਦੱਸਿਆ ਕਿ ਅਕਾਲ ਅਕੈਡਮੀ ਦੇ ਵਿੱਚ ਆਪਣੇ ਬੱਚੇ ਪੜ੍ਹਾਓ ਤੇ ਉਹਨਾਂ ਤੋਂ ਵਧੀਆ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹਨਾਂ ਦੀ ਬਣੇ। ਕਿ ਇਸ 9 ਸਾਲ ਹੋ ਗਏ ਮੇਰੇ ਪਤੀ ਜਿਹੜੇ ਆ ਉਹ ਬਿਲਕੁਲ ਯਾਨੀ ਕਿ ਕੋਈ ਕੰਮ, ਕੋਈ ਕਾਰ ਨਹੀਂ ਕਰ ਸਕਦੇ। ਮੇਰੇ ਬੱਚੇ ਜਿਹੜੇ ਆ ਬਹੁਤ ਵਧੀਆ ਅਕਾਲ ਅਕੈਡਮੀ 'ਚ ਪੜ੍ਹ ਰਹੇ। ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਹੜੇ ਮੇਰੇ ਬੱਚਿਆਂ ਦਾ ਖਰਚਾ ਦੇ ਰਹੇ ਨੇ ਜਾਂ ਕਰ ਰਹੇ ਨੇ। ਉਹਨਾਂ ਦਾ ਬਹੁਤ ਦਿਲੋਂ ਮੈਂ ਆਪਣਾ ਉਹਨਾਂ ਨੂੰ ਧੰਨਵਾਦ ਕਰਨਾ ਚਾਹੁੰਦੀ ਹਾਂ।
ਸੰਗਤ ਜੀ, ਅਸੀਂ ਸਾਰੇ ਬੋਲਦੇ ਤਾਂ ਹਾਂ ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਤੋਂ ਵੱਧ ਪਿਆਰ ਕਰੋ, ਪਰ ਅਫਸੋਸ ਪੁੱਤਰਾਂ ਤੋਂ ਵੱਧ ਕੀ ਅਸੀਂ ਤੇ ਪੁੱਤਰਾਂ ਵਾਂਗੂ ਵੀ ਪਿਆਰ ਨਹੀਂ ਕਰ ਪਾਉਂਦੇ। ਮੈਂ ਇਹ ਕੁਝ ਪੰਕਤੀਆਂ ਇਸ ਕਰਕੇ ਬੋਲੀਆਂ ਕਿਉਂਕਿ ਅਗਲੇ ਜਿਸ ਪਰਿਵਾਰ ਦੇ ਨਾਲ ਅਸੀਂ ਤੁਹਾਨੂੰ ਮਿਲਾਉਣਾ ਚਾਹੁੰਦੇ ਹਾਂ, ਉਹ ਮਾਤਾ ਜੀ ਕੋਲੋਂ ਜਦੋਂ ਤੁਸੀਂ ਸਟੋਰੀ ਸੁਣੋਗੇ, ਕਹਾਣੀ ਸੁਣੋਗੇ, ਤੇ ਤੁਹਾਡੀ ਅੱਖਾਂ ਭਿੱਜ ਜਾਣਗੀਆਂ ਕਿ ਤੁਸੀਂ ਇਮੇਜਿਨ ਕਰ ਸਕਦੇ ਹੋ 4 ਦਿਨ ਦੀ ਜਾਂ 5 ਦਿਨ ਦੀ ਬੱਚੀ ਨੂੰ ਉਸਦੇ ਆਪਣੇ ਮਾਤਾ ਪਿਤਾ ਜੋ ਨੇ ਉਹ ਛੱਡ ਦੇਣ, ਘਰੋਂ ਬਾਹਰ ਕੱਢ ਦੇਣ ਕਿ ਮੈਂ ਇਸ ਬੱਚੀ ਨੂੰ ਨਹੀਂ ਪਾਲ ਸਕਦਾ। ਕਿਉਂ? ਨੋ ਅਦਰ ਰੀਜ਼ਨ। ਇੱਕ ਨਾਰਮਲ ਬੱਚੀ ਨੇ ਹੀ ਜਨਮ ਲਿੱਤਾ ਹੈ, ਨਾਰਮਲ, ਪਰ ਪ੍ਰੋਬਲਮ ਇਹ ਹੈ ਕਿ ਉਹ ਬੱਚੀ ਹੈ, ਉਹ ਧੀ ਹੈ, ਉਹ ਬੇਟਾ ਨਹੀਂ, ਉਹ ਪੁੱਤਰ ਨਹੀਂ ਹੈ। ਸਿਰਫ ਉਸ ਦਾ 4 ਦਿਨ ਦੇ 5 ਦਿਨ ਦੇ ਬੱਚੇ ਦਾ ਇਹੀ ਕਸੂਰ ਕਿ ਉਹਦਾ ਜੋ ਜੈਂਡਰ ਹੈ, that is the problem। ਸੋ ਮੈਂ ਚਾਹੁੰਦਾ ਕਿ ਸੰਗਤ ਜੀ ਹੁਣ ਅਸੀਂ ਅਗਲੇ ਪਰਿਵਾਰ ਦੇ ਨਾਲ ਗੱਲ ਕਰੀਏ, ਪੁੱਛੀਏ ਉਹਨਾਂ ਨੂੰ ਕਿ ਕਿਸ ਤਰੀਕੇ ਦੀ ਇਹ ਮੁਸੀਬਤ ਉਹਨਾਂ ਦੇ ਉੱਪਰ ਆਈ ਔਰ ਕਿੰਨੇ ਉਸ ਬੱਚੀ ਨੂੰ ਅਪਣਾਇਆ, ਕੀ ਸਪੋਰਟ ਕੀਤਾ। ਅੱਜ ਉਹ ਬੱਚੀ ਕਿੱਥੇ ਹੈ, ਅੱਜ ਉਹ ਬੱਚੀ ਕੀ ਕਰ ਰਹੀ ਹੈ, ਮੈਂ ਚਾਹੁੰਦਾ ਕਿ ਅਸੀਂ ਸਾਰੇ ਆਪ ਚੱਲ ਕੇ ਦੇਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਬੱਚੀ ਦਾ ਨਾਂ ਜੀਵਨ ਜੋਤ ਕੌਰ ਹੈ। ਸਾਡਾ ਪਿੰਡ ਜਗਤਪੁਰਾ। ਅਸੀਂ ਆਪਣੇ ਬੱਚੇ ਨੂੰ ਬਚਪਨ ਤੋਂ ਹੀ ਸਿੱਖੀ ਸਰੂਪ ਵਿੱਚ ਰੱਖਿਆ ਸੀ। ਅਸੀਂ ਚਾਹੁੰਦੇ ਸਾਂ ਕਿ ਸਾਡਾ ਬੱਚਾ ਸਿੱਖੀ ਸਰੂਪ ਵਿੱਚ ਹੀ ਰਹੇ, ਪਰ ਇਸ ਅਕੈਡਮੀ ਨੇ ਸਾਨੂੰ ਬਹੁਤ ਕੁਝ ਹੀ ਸਾਡੇ ਬੱਚੇ ਨੂੰ ਸਿਖਾਇਆ ਵਾ। ਅਕਾਲ ਅਕੈਡਮੀ ਵਿੱਚ ਆਣ ਕੇ ਸਾਡੇ ਬੱਚੇ ਨੇ ਸਿੱਖੀ ਸਰੂਪ ਵਿੱਚ ਪੂਰਾ ਰਹਿ ਕੇ ਬਹੁਤ ਕੁਝ ਸਿੱਖਿਆ ਵਾ। ਇਹ ਬੱਚੇ ਨੇ ਮੇਰੇ ਵੀਰ ਦੇ ਘਰ ਜਨਮ ਲਿਆ, ਪਰ ਉਸਦੀ ਮਾਂ ਨੇ ਇਸ ਬੱਚੀ ਨੂੰ ਦੇਖਿਆ ਹੀ ਨਹੀਂ। 5 ਦਿਨ ਦੀ ਬੱਚੀ ਵੱਖਰੇ ਕਮਰੇ ਵਿੱਚ ਰੱਖ ਛੱਡੀ, ਪਰ ਸਾਨੂੰ ਉਸਨੇ ਫੋਨ ਕੀਤਾ ਕਿ ਜੇ ਤੁਸੀਂ ਬੱਚੀ ਖੜਨੀ ਤੇ ਲੈ ਜਾਓ। ਸਾਡੇ ਅੱਗੇ ਇੱਕ ਬੇਟਾ ਤੇ ਬੇਟੀ ਵੀ ਹੈ, ਪਰ ਅਸੀਂ ਫਿਰ ਵੀ ਸੋਚਿਆ ਕਿ ਮਹਾਰਾਜ ਨੇ ਸਾਨੂੰ ਇਹ ਸੇਵਾ ਬਖਸ਼ੀ ਆ, ਇਹ ਸੇਵਾ ਜ਼ਰੂਰ ਹੀ ਨਿਭਾਉਣੀ ਚਾਹੀਦੀ ਹੈ। ਮੇਰੇ ਹਸਬੈਂਡ ਨੇ ਤੇ ਮੇਰੇ ਬੱਚਿਆਂ ਨੇ ਮੇਰੇ ਨਾਲ ਬਹੁਤ ਹੀ ਸਾਥ ਦਿੱਤਾ। 5 ਦਿਨ ਦੀ ਬੱਚੀ ਲਿਆ ਕੇ ਅਸੀਂ ਇਸ ਦੀ ਸੇਵਾ ਸੰਭਾਲ ਕਰਕੇ ਇਸ ਨੂੰ ਵੱਡੀ ਕੀਤਾ, ਪਰ ਅਸੀਂ ਇਹ ਨਹੀਂ ਸੋਚਿਆ ਕਿ ਸਾਡੀ ਬੱਚੀ ਅਕਾਲ ਅਕੈਡਮੀ ਵਿੱਚ ਵੀ ਪੜ੍ਹੂਗੀ। ਸਾਡੇ ਬੱਚੇ ਨੂੰ ਇਸ ਸਕੂਲ ਵਿੱਚੋਂ ਬਹੁਤ ਹੀ ਸਹੂਲਤਾਂ ਮਿਲੀਆਂ ਹਨ। ਇਸ ਬੱਚੇ ਦੀ ਪੜ੍ਹਾਈ ਫ੍ਰੀ, ਬੱਚੇ ਦਾ ਰਹਿਣ ਸਹਿਣ ਸਾਰਾ ਕੁਝ ਬਹੁਤ ਹੀ ਵਧੀਆ ਹੈ। ਬੱਚੇ ਨੇ ਇੱਥੋਂ ਗੱਤਕਾ, ਬੱਚੇ ਨੇ ਬਾਣੀ ਕੰਠ, ਜਪਜੀ ਸਾਹਿਬ, ਚੌਪਈ ਸਾਹਿਬ, ਆਨੰਦ ਸਾਹਿਬ ਦੀਆਂ ਕੁਝ ਬਾਣੀਆਂ ਬੱਚੇ ਨੂੰ ਕੰਠ ਹਨ। ਬੱਚਾ ਬਹੁਤ ਹੀ ਵਧੀਆ ਸਕੂਲ ਵਿੱਚ ਚੱਲ ਰਿਹਾ। ਅਸੀਂ ਬਹੁਤ ਪ੍ਰਿੰਸੀਪਲ ਬਾਬਾ ਜੀ ਦਾ, ਸਾਰੇ ਸਕੂਲ ਸਟਾਫ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਕਿ ਸਾਡੇ ਬੱਚੇ ਨੂੰ ਬਹੁਤ ਹੀ ਵਧੀਆ, ਬਹੁਤ ਹੀ ਕੁਝ ਸਿਖਾਇਆ ਹੈ। ਸੰਗਤ ਜੀ, ਅਸੀਂ ਸਾਰੇ ਇਹਨਾਂ ਪਰਿਵਾਰਾਂ ਦੇ ਨਾਲ ਅੱਜ ਮੁਲਾਕਾਤ ਕੀਤੀ। ਇਹਨਾਂ ਦਾ ਜੋ ਜੀਵਨ ਹੈ, ਇਹਨਾਂ ਦੇ ਜੀਵਨ ਦੇ ਵਿੱਚ ਜੋ ਮੁਸੀਬਤਾਂ ਨੇ ਅੱਜ ਤੋਂ ਕੁਝ ਸਾਲ ਪਹਿਲਾਂ ਕਿੱਦਾਂ ਦੀਆਂ ਸੀ, ਉਹ ਮੁਸੀਬਤ ਵਾਲੀ ਸਿਚੁਏਸ਼ਨ, ਪ੍ਰੋਬਲਮ ਵਾਲੀ ਸਿਚੁਏਸ਼ਨ, ਉਸ ਤੋਂ ਅੱਜ ਇੱਕ ਖੁਸ਼ਹਾਲੀ ਵਾਲੀ, ਇੱਕ ਸੈਟੀਸਫੈਕਸ਼ਨ ਵਾਲੀ, ਇੱਕ ਭਰੋਸੇ ਵਾਲੀ ਸਿਚੁਏਸ਼ਨ ਹੈ ਕਿ ਸਾਡੇ ਬੱਚੇ ਕੁਝ ਕਰ ਜਾਣਗੇ। ਉਸ ਦਾ ਇੱਕੋ ਇੱਕ ਜੋ ਕ੍ਰੈਡਿਟ ਹੈ ਉਹ ਅਕਾਲ ਅਕੈਡਮੀ ਨੂੰ ਜਾਂਦਾ ਹੈ। ਅੱਜ ਅਕਾਲ ਅਕੈਡਮੀਜ਼ ਇਹਨਾਂ ਪਰਿਵਾਰਾਂ ਦੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇ ਰਹੀ ਹੈ ਤਾਂ ਕਿ ਇਹ ਲੋੜਵੰਦ ਪਰਿਵਾਰ ਦੇ ਬੱਚੇ ਵੀ ਅੱਛਾ ਪੜ੍ਹ ਲਿਖ ਕੇ ਉੱਚੇ ਪੱਧਰ ਦੀ ਵਿੱਦਿਆ ਲੈ ਕੇ ਆਉਣ ਵਾਲੇ ਸਮੇਂ ਦੇ ਅੰਦਰ ਇਹ ਬੱਚੇ ਜੋ ਨੇ ਉਹ ਅੱਛੇ ਲੈਵਲ ਦੇ ਉੱਪਰ ਨੌਕਰੀਆਂ ਕਰਨ, ਬਿਜ਼ਨਸ ਕਰਨ, ਐਂਟਰਪ੍ਰੈਨਰਸ ਬਣਨ ਔਰ ਆਪਣੇ ਪਰਿਵਾਰਾਂ ਨੂੰ ਇਸ ਤਰੀਕੇ ਦਾ ਸਹਿਯੋਗ ਦੇ ਸਕਣ ਕਿ ਉਹਨਾਂ ਦੇ ਪਰਿਵਾਰ ਜੋ ਨੇ ਉਹਨਾਂ ਨੂੰ ਕਦੀ ਵੀ ਵਾਪਸ ਮੁੜ ਕੇ ਉਸ ਸਮੇਂ ਵੱਲ ਨਾ ਦੇਖਣਾ ਪਏ ਜੋ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਸਮੇਂ ਸੀਗਾ। ਜੇ ਅਸੀਂ ਸਾਰੇ ਆਪ ਸਹਿਯੋਗ ਦੇਵਾਂਗੇ, ਆਪਣੇ ਦਸਵੰਧ ਦੇ ਵਿੱਚੋਂ ਹਿੱਸਾ ਪਾ ਕੇ ਇਹਨਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਅੱਗੇ ਵਧਾਵਾਂਗੇ, ਤੇ ਮੈਨੂੰ ਲੱਗਦਾ ਹੈ ਕਿ ਅੱਜ ਜਿੱਥੇ ਕੁਝ ਪਰਿਵਾਰ ਇਸ ਫ੍ਰੀ ਐਜੂਕੇਸ਼ਨ ਦਾ ਜੋ ਉਹਨਾਂ ਨੂੰ ਇਹ ਸਹੂਲੀਅਤ ਮਿਲੀ ਹੈ ਉਸ ਦਾ ਲਾਭ ਉਠਾ ਪਾ ਰਹੇ ਹਨ, ਆਉਣ ਵਾਲੇ ਸਮੇਂ ਦੇ ਅੰਦਰ ਤੁਹਾਡੇ ਸਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਕਈ ਹੋਰ ਇਹੋ ਜਿਹੇ ਲੋੜਵੰਦ ਪਰਿਵਾਰ ਹੋਣਗੇ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਬਹੁਤ ਵੱਡੀ ਮੁਸੀਬਤਾਂ ਨੇ, ਪਰ ਉਸ ਦਾ ਹੱਲ ਜੋ ਹੈ ਉਹ ਇਸ ਤਰੀਕੇ ਦੇ ਨਾਲ ਕੱਢਿਆ ਜਾ ਸਕੇਗਾ ਕਿ ਸਿਰਫ ਅਸੀਂ ਉਹਨਾਂ ਨੂੰ 1 ਦਿਨ 2 ਦਿਨ ਜਾਂ 10 ਦਿਨ ਦੀ ਰੋਟੀ ਨਹੀਂ, ਪਰ ਪੂਰੀ ਜ਼ਿੰਦਗੀ ਦੇ ਉਹਨਾਂ ਦਾ ਇੱਕ ਇਹੋ ਜਿਹਾ ਬੰਦੋਬਸਤ ਕਰਕੇ ਦੇਵਾਂਗੇ ਕਿ ਉਹਨਾਂ ਦੇ ਬੱਚਿਆਂ ਨੂੰ ਪੜ੍ਹਾ ਕੇ ਉਹਨਾਂ ਨੂੰ ਇੱਦਾਂ ਦੀ ਐਜੂਕੇਸ਼ਨ ਅਸੀਂ ਦੇ ਦੇਵਾਂਗੇ ਕਿ ਉਹਨਾਂ ਦੇ ਬੱਚੇ ਆਪ ਹੀ ਆਪਣੇ ਪਰਿਵਾਰਾਂ ਨੂੰ ਅੱਗੇ ਵਧਾ ਸਕਣਗੇ, ਸਹਿਯੋਗ ਦੇ ਸਕਣਗੇ।
ਸੋ ਮੇਰੀ ਫਿਰ ਇੱਕ ਵਾਰੀ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਸਹਿਯੋਗ ਦਿਓ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਪਿੰਡਾਂ ਦੇ ਵਿੱਚ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਦੇ ਬੱਚੇ ਅੱਛਾ ਪੜ੍ਹ ਲਿਖ ਕੇ ਅੱਗੇ ਵੱਧ ਸਕਣ, ਕਿ ਅਸੀਂ ਵੀ ਆਪ ਇਹਨਾਂ ਦੀ ਲਾਈਫ ਇੰਸ਼ੋਰੈਂਸ ਬਣ ਸਕੀਏ, ਇਹਨਾਂ ਦੇ ਫਿਕਸ ਡਿਪੋਜ਼ਿਟ ਬਣ ਸਕੀਏ, ਇਹਨਾਂ ਦੀ ਮਦਦ ਕਰ ਸਕੀਏ, ਤੇ ਤੁਸੀਂ ਆਪਣਾ ਸਹਿਯੋਗ ਦਿਓ। ਸਹਿਯੋਗ ਦੇਣ ਦੇ ਲਈ ਸਕਰੀਨ ਤੇ ਆ ਰਹੇ ਨੰਬਰ ਜਾਂ ਫਿਰ ਵੈਬਸਾਈਟ ਰਾਹੀਂ ਤੁਸੀਂ ਸੰਪਰਕ ਕਰ ਸਕਦੇ ਹੋ। ਅੱਜ ਦੇ ਲਈ ਇੰਨਾ ਹੀ। ਹੁਣ ਦਿਓ ਜੀ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।